जाके हिए दियो प्रभ नाम, नानक साध पूरन भगवान। जनुआ मतलब जन, मनुआ मतलब मन, व्यापना मतलब चंबड़ना, कते ना जात भाव किते नहीं जाते। तो तदे द्वारा उपदेश है कि हे प्रभु तेरे जना दी धूड़ पवित्र है, तेरे जना दी धूड़ पवित्र है, तेरे संतां महापुरखां ब्रह्म ਗਿਆਨੀਆਂ ਦੀ ਧੂੜ ਪਵਿੱਤਰ ਹੈ ਅਤੇ ਧੰਨ ਹਨ, ਅਤੇ ਧੰਨ ਹਨ ਉਹ ਜਿਨ੍ਹਾਂ ਦਾ ਮਨ ਇਸ ਧੂੜੀ ਵਿੱਚ ਰੁਚੀ ਕਰ ਚੁੱਕਾ ਹੈ, ਰਚ ਚੁੱਕਿਆ ਹੈ। ਹਾਂ, ਧੰਨ ਹਨ ਉਹ ਜੋ ਧਨ ਨਹੀਂ ਹੀ ਮੰਗਦੇ, ਸਵਰਗ ਨਹੀਂ ਲੋੜਦੇ, ਸਗੋਂ ਪਿਆਰੇ ਪਰਮੇਸ਼ਰ ਦੀ ਅੱਤ ਦੀ ਪ੍ਰੀਤ ਵਾਸਤੇ, ਅੱਤ ਦੀ ਪ੍ਰੀਤ ਵਾਸਤੇ ਸਾਧੂ ਧੂੜੀ ਵਿੱਚ ਰਚੇ ਰਹਿੰਦੇ ਹਨ। ਹਾਂ ਉਹਨਾਂ ਨੂੰ ਧੰਦੇ ਕਿਉਂ ਚੰਬੜਦੇ ਹਨ ਜੋ ਇੱਕ ਨੂੰ ਛੱਡ ਕੇ ਹੋਰ ਕਿਤੇ ਨਹੀਂ ਜਾਂਦੇ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦੇ ਨੇ ਨਾਮ ਦਿੱਤਾ ਹੈ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ, ਉਹੀ ਪੂਰਨ ਭਗਵਾਨ ਤੇ ਸਾਧੂ ਹਨ, ਉਹੀ ਪੂਰਨ ਭਗਵਾਨ ਤੇ ਸਾਧੂ ਹਨ। ਅੱਗੇ ਸ਼ਲੋਕ ਹੈ ਕਿ ਅਨੇਕ ਭੇਖ ਔਰ ਗਿਆਨ ਧਿਆਨ, ਅਨੇਕ ਭੇਖ ਔਰ ਗਿਆਨ ਧਨ ਮਨ ਹਠ ਮਿਲਿਆ ਨਾ ਕੋਏ, ਕਹੋ ਨਾਨਕ ਕਿਰਪਾ ਭਈ ਭਗਤ ਗਿਆਨੀ ਸੋਏ। ਹੁਣ ਦੇਖੋ ਅਸੀਂ ਬਾਣੀਆਂ ਪੜ੍ਹੀ ਜਾਂਦੇ ਆ, ਜਦ ਅਸੀਂ ਬਾਣੀਆਂ ਨੂੰ ਸਮਝਦੇ ਨਹੀਂ ਤਾਂ ਪੜ੍ਹਨ ਦੀ ਮੁਕਤੀ ਨਹੀਂ, ਪੜ੍ਹਨ ਨਾਲ ਗੱਲ ਨਹੀਂ ਬਣਨੀ। ਅਨੇਕ ਭੇਖ ਔਰ ਗਿਆਨ ਧਿਆਨ ਮਨ ਹਠ ਮਿਲਿਆ ਨਾ ਕੋਏ, ਕਹੋ ਨਾਨਕ ਕਿਰਪਾ ਭਈ ਭਗਤ ਗਿਆਨੀ ਸੋਏ। ਅਨੇਕਾਂ ਭੇਖਾਂ ਗਿਆਨਾਂ ਧਿਆਨਾਂ ਤੇ ਮਨ ਦੇ ਹੱਠਾਂ ਕਰਕੇ ਕੋਈ ਪ੍ਰਭੂ ਨੂੰ ਨਹੀਂ ਮਿਲਿਆ। ਜਿੰਨੀ ਮਰਜ਼ੀ ਹੱਠ ਜਪ ਤਪ ਕਰ ਲਓ, ਕੋਈ ਇਸ ਪਰਮਾਤਮਾ ਨੂੰ ਨਹੀਂ ਮਿਲਿਆ। ਇੱਥੇ ਸਿੱਧੇ ਦਰਸ਼ਨ ਬਾਣੀ ਕਰਾ ਰਹੀ ਹੈ, ਇੱਥੇ ਦਰਸ਼ਨ ਕਰੋ। ਇਹ ਠੀਕ ਹੈ ਕਿ ਅਕਸਰ ਗਾਲੇ ਸੁਣੀ ਦੀ ਵੀ ਹੈ ਔਰ ਹੈ ਵੀ ਹੈ ਕਿ ਫਰੀ ਦੀ ਕਿਸੇ ਨੂੰ ਕਦਰ ਨਹੀਂ ਹੁੰਦੀ ਹੈਗੀ। ਜਿੱਥੇ ਭੇਟਾ ਚੜਾ ਲਈਏ ਅਸੀਂ ਸੈਟੀਸਫਾਈ ਹੋ ਜਾਂਦੇ ਹਾਂ ਕਿ ਵੀ ਇੱਥੇ 500 ਰੁਪਇਆ ਭੇਟਾ ਚੜਾਈ ਹੈ ਤਾਂ ਸਾਨੂੰ ਜ਼ਰੂਰ ਕੁਝ ਮਿਲਣਾ ਹੈ, ਇੱਥੋਂ ਹੀ ਸਾਨੂੰ ਦਰਸ਼ਨ ਹੋਣੇ ਨੇ, ਇੱਥੇ ਹੀ ਹੈ ਸਭ ਕੁਝ, ਵਿਸ਼ਵਾਸ ਹੈ। ਤੋ ਇਹ ਨਿਯਮ ਹੈ ਇਸ ਸੰਸਾਰ ਦਾ ਜੋ ਦਾਸ ਬੇਨਤੀ ਕਰ ਰਿਹਾ ਹੈ, ਕਿਉਂਕਿ ਦਾਸ ਨੂੰ ਤਾਂ ਨਾ ਕੋਈ ਗੁਰੂ, ਨਾ ਮੱਥੇ ਟਿਕਾਣੇ ਤੇ ਨਾ ਭੇਟਾ ਲੈਣੀ। ਦਾਸ ਇਸੇ ਕਰਕੇ ਇਹ ਰਸਤਾ ਪਕੜ ਲਿਆ ਕਿ ਇਸ ਰਸਤੇ ਦੇ ਉੱਤੇ ਇਹ ਮਾਲਕ ਨੇ ਬਹੁਤ ਵਧੀਆ ਇਹ ਰਸਤਾ ਕੱਢਿਆ ਹੈ ਸਾਡੇ ਜੀਵਾਂ ਲਈ ਅੱਜ ਦੇ ਅਜੋਕੇ ਯੁੱਗ ਵਿੱਚ, ਕਿ ਕਿਤੇ ਵੀ ਜ਼ਿਆਦਾ ਕਿਸੇ ਵੀ ਚੀਜ਼ ਵਿੱਚ ਪਲਚਣ ਦੀ ਕੋਈ ਜ਼ਰੂਰਤ ਨਹੀਂ ਹੈ। ਬਸ ਇਸ ਬਾਣੀ ਨੂੰ ਜਾਣੋ, ਇਹ ਬਾਣੀ ਇਹ ਹੀਰੇ ਮੋਤੀ ਜਵਾਹਰਾਤ ਰੂਪੀ ਬਚਨਾਂ ਦਾ ਭੰਡਾਰ ਹੈ, ਭੰਡਾਰ ਪੰਡਾ ਬਣ ਕੇ ਲੈ ਲਓ ਇੱਥੋਂ, ਇਹ ਮੁੱਕਣ ਵਾਲਾ ਨਹੀਂ ਭੰਡਾਰ। ਤੋ ਦਾਸ ਇਹ ਬੇਨਤੀ ਕਰ ਰਿਹਾ ਕਿ ਇਹ ਫ੍ਰੀ ਚ ਦਰਸ਼ਨ ਹੋ ਰਹੇ ਨੇ, ਇਹਨੂੰ ਇਸ ਤਰ੍ਹਾਂ ਨਾ ਜਾਣਿਓ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਦਾਸ ਵੀ ਕੁਛ ਅਜਿਹਾ ਤਰੀਕਾ ਲੱਭ ਸਕਦਾ ਸੀ ਜੇ ਅਗਰ ਮਾਇਆ ਦੇ ਗੇੜ 'ਚ ਪੈਣਾ ਹੁੰਦਾ, ਤੇ ਕਈ ਸੰਪਰਦਾਇ ਮਤ ਮਿਸ਼ਨ ਧਰਮ ਕਈ ਕੁਛ ਬਣ ਜਾਂਦਾ ਹੈ, ਪਰ ਬਿਲਕੁਲ ਨਹੀਂ। ਇਸ ਇੱਕ ਦੇ ਬਿਲਕੁਲ ਫ੍ਰੀ ਦਰਸ਼ਨ ਹੋ ਰਹੇ ਨੇ ਕਿ ਅਨੇਕ ਭੇਖ ਔਰ ਗਿਆਨ ਧਾਨ ਮਨ ਹੱਠ ਮਿਲਿਆਇਓ ਨਾ ਕੋਏ। ਜਿੰਨੇ ਮਰਜ਼ੀ ਤੁਸੀਂ ਅਨੇਕਾਂ ਭੇਖਾਂ ਗਿਆਨਾਂ ਧਿਆਨਾਂ ਤੇ ਮਨ ਦੇ ਹੱਠਾਂ ਕਰਕੇ ਕੋਈ ਪ੍ਰਭੂ ਨੂੰ ਪਾਉਣ ਦੀ ਕੋਸ਼ਿਸ਼ ਕਰੇ, ਪ੍ਰਭੂ ਨੂੰ ਨਹੀਂ ਮਿਲਿਆ। ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜਿਸ ਜੀਵ ਪਰ ਇਸ ਸਿੱਖ ਦੀ ਕਿਰਪਾ ਹੋਈ ਹੈ ਉਹੀ ਭਗਤ ਹੋਇਆ ਹੈ। ਇਸ ਸਿੱਖ ਦੀ ਜਿਸ ਪਰ ਕਿਰਪਾ ਹੋਈ ਹੈ ਉਹੀ ਭਗਤ ਹੋਇਆ ਹੈ, ਉਹੀ ਗਿਆਨੀ ਹੋਇਆ ਹੈ। ਭਗਤ ਗਿਆਨੀ ਸੋਏ। तो अगे पौड़ी में फरमा रहे हैं कि गग्गा ज्ञान नहीं सुख बात्यो, गग्गा ज्ञान नहीं मुख बात्यो, अनेक जगत शास्त्र कर पात्यो, ज्ञानी सोए जाके दृढ़ सो। है सुनो तो कुछ जोग ना हो, ज्ञानी रहत आ गया दृढ़ जाके।
ਗਿਆਨੀ ਰਹਿਤ ਆਗਿਆ ਦ੍ਰਿੜ ਜਾਕੇ, ਉਸ ਨੂੰ ਸੀਤ ਸੰਸਰ ਸਭ ਤਾਕੇ, ਗਿਆਨੀ ਤਤ ਗੁਰਮੁਖ ਬੇਚਾਰੀ, ਨਾਨਕ ਜਾਕਿਓ ਕਿਰਪਾ ਧਾਰੀ। ਦਾਸ ਹੱਥ ਬਨ ਕੇ ਬੇਨਤੀ ਕਰਦਾ ਹੈ ਕਿ ਦਾਸ ਕੋਈ ਬਹੁਤ ਵੱਡਾ ਗਿਆਨੀ ਪੁਰਸ਼ ਨਹੀਂ, ਬਹੁਤ ਜ਼ਿਆਦਾ ਕੋਈ ਉਹ ਨਹੀਂ, ਦਾਸ ਤਾਂ ਬੜੀ ਮੁਸ਼ਕਲ ਨਾਲ ਬਾਣੀ ਪੜ੍ਹਨ ਜੋਗਾ, ਔਰ ਬਾਣੀ ਪੜ੍ਹਦਾ ਵੀ ਡਰਦਾ ਹੈ ਕਿ ਕਿਤੇ ਕੋਈ ਗਲਤੀ ਨਾ ਹੋਵੇ। ਤਾਂ ਦਾਸ ਇੱਥੇ ਵੀ ਮਾਫੀ ਮੰਗਦਾ ਕਿ ਕਦੀ ਬਾਣੀ ਬੋਲਦਿਆਂ ਕੋਈ ਗਲਤੀ ਹੋ ਜੇ, ਪਰ ਇਹ ਤਾਂ ਦਿਲੋਂ ਕੋਸ਼ਿਸ਼ ਹੈ ਕਿ ਇਸ ਬਾਣੀ ਦਾ ਪ੍ਰਵਾਹ ਹੋਏ, ਜੀਵਾਂ ਤੱਕ ਪਹੁੰਚੇ, ਇਸ ਸਿੱਖ ਦੇ ਦਰਸ਼ਨ ਕਰਕੇ ਇਸ ਦੀ ਰਜਾ ਵਿੱਚ ਸਭ ਜੀਵ ਆ ਜਾਣ। ਦਾਸ ਦੀ ਤਾਂ ਕੋਸ਼ਿਸ਼ ਹੈ। ਤੋ ਹੁਣ ਇੱਥੇ ਇਸ ਪੌੜੀ ਵਿੱਚ ਫਰਮਾ ਰਹੇ ਨੇ ਕਿ ਗੱਗੇ ਦੁਆਰਾ ਉਪਦੇਸ਼ ਹੈ, ਉਪਦੇਸ਼ ਦੇ ਰਹੇ ਹਨ ਕਿ ਮੂੰਹ ਦੀਆਂ ਗੱਲਾਂ ਨਾਲ ਗਿਆਨ ਨਹੀਂ ਆ ਜਾਂਦਾ। ਦਾਸ ਇਨਕਲੂਡਿੰਗ ਮੀ, ਮਤਲਬ ਦਾਸ ਆਪਣੇ ਆਪ ਨੂੰ ਵੀ ਇੱਥੇ ਹੀ ਲਿਆ ਕੇ ਖੜਾ ਕਰ ਰਿਹਾ ਹੈ ਕਿ ਮੂੰਹ ਦੀਆਂ ਗੱਲਾਂ ਨਾਲ ਗਿਆਨ ਨਹੀਂ ਆ ਜਾਂਦਾ, ਨਾ ਹੀ ਅਨੇਕ ਸ਼ਾਸਤਰਾਂ ਦੀਆਂ ਅਨੇਕ ਭਾਂਤਾਂ ਦੀਆਂ ਜੁਗਤੀਆਂ ਵਰਣਨ ਕਰ ਸਕਣ ਨਾਲ ਗਿਆਨ ਆ ਜਾਂਦਾ ਹੈ। देखो ये बाणी फरमा रही है कि गग्गा ज्ञान नहीं मुख बात्यों, अनेक जुगत शास्त्र कर पात्यों, ते अनेक शास्त्रां दियां अनेक भांतां दियां जुगतियां वर्णन कर सकन नाल ज्ञान नहीं आ जाता। ज्ञानी तां ओह है जिस दे हिरदे विच ਇਹ परमेश्वर आप वसदा है। ਇਹ परमेश्वर ओंकार, ओम ओंकार अल्लाहू हालेलुया आप वसदा है। मेरे मुंह नाल कहंदियां ते ਕੰਨਾਂ ਨਾਲ ਸੁਣਦਿਆਂ ਪਰਮੇਸ਼ਰ ਨਾਲ ਜੁੜਨਾ ਨਹੀਂ ਹੋ ਜਾਂਦਾ। ਮੂੰਹ ਨਾਲ ਬੋਲਦਿਆਂ ਤੇ ਕੰਨਾਂ ਨਾਲ ਸੁਣਦਿਆਂ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਜਾਂਦਾ। ਗਿਆਨੀ ਉਹ ਹੈ ਜਿਸ ਦੇ ਮਨ ਵਿੱਚ ਸਾਈਂ ਦੀ ਆਗਿਆ ਦ੍ਰਿੜ ਰਹਿੰਦੀ ਹੈ। ਇਸ ਕੁੱਲ ਮਾਲਕ ਸਾਈਂ ਦੀ ਆਗਿਆ ਦ੍ਰਿੜ ਰਹਿੰਦੀ ਹੈ। ਇਹ ਸਾਰੇ ਧਰਮਾਂ ਦੇ ਮਾਲਕ ਦੀ ਆਗਿਆ ਦ੍ਰਿੜ ਰਹਿੰਦੀ ਹੈ। ਇਹ ਪੂਰੀ ਸ੍ਰਿਸ਼ਟੀ ਵਿੱਚ ਦਾਸ ਇਸੇ ਕਰਕੇ ਸਰਵ ਧਰਮਾਂ ਦੀ ਗੱਲ ਕਰਦਾ ਹੈ ਕਿ ਸਾਰੇ ਧਰਮਾਂ ਵਾਲੇ ਇਸ ਨੂੰ ਦੇਖੋ। ਗੁਰੂ ਨਾਨਕ ਘਰ ਦੀ ਬਾਣੀ ਇੰਨੀ ਸਾਂਝੀ ਹੈ, ਇੰਨੀ ਸਾਂਝੀ ਵਾਰਤਾ ਇਸ ਵਿੱਚ ਕਿ ਕੋਈ ਵੀ ਜੀਵ, ਉਹ ਵੱਖਰੀ ਗੱਲ ਹੈ ਕਿ ਜੇ ਕੋਈ ਪੰਜਾਬੀ ਨੂੰ ਨਹੀਂ ਜਾਣਦਾ ਜਾਂ ਪੰਜਾਬੀ ਉਹਨੂੰ ਸਮਝ ਨਹੀਂ ਆ ਰਹੀ, ਟੰਗ ਲੈਂਗੁਏਜ ਪ੍ਰੋਬਲਮ ਹੈ, ਉਹ ਵੱਖਰੀ ਚੀਜ਼ਾਂ ਨੇ। ਅਸੀਂ ਕੋਸ਼ਿਸ਼ ਕਰਾਂਗੇ ਤਾਂ ਸਭ ਕੁਝ ਜਾਣ ਲਾਂਗੇ। ਦਾਸ ਨੇ ਬਾਈਬਲ ਵੀ ਸ਼ਬਦ ਦਰ ਸ਼ਬਦ ਪਹਿਲੇ ਅਧਿਆਇ ਤੋਂ ਲਾਸਟ ਤੱਕ ਇੱਕ ਅੱਖਰ ਕਰਕੇ ਪੜ੍ਹੀ। ਦਾਸ ਨੇ ਭਾਗਵਤ ਗੀਤਾ ਵੀ ਪੂਰੇ 18 ਦੇ 18 ਅਧਿਆਏ ਤੇ 750 ਸ਼ਲੋਕ ਇੱਕ ਇੱਕ ਕਰਕੇ ਪੜ੍ਹਿਆ। ਸੰਸਕ੍ਰਿਤ ਔਰ ਹਿੰਦੀ ਚੋਂ ਪੰਜਾਬੀ ਵਿੱਚ ਆਪਣੇ ਕੋਲ ਲਿਖਿਆ। ਇੱਕ ਇੱਕ ਚੀਜ਼ ਨੂੰ ਜਾਣਨ ਲਈ ਕਿ ਕੋਈ ਮੁਤਾਲਕਾ ਨਾ ਰਹਿ ਜਾਏ, ਕਿ ਕਿਤੇ ਕੋਈ ਵੱਖਰੀ ਗੱਲ ਕੋਈ ਕਹੀ ਹੋਏ ਭਗਵਾਨ ਸ੍ਰੀ ਕ੍ਰਿਸ਼ਨ ਨੇ ਜਾਂ ਯਿਸੂ ਮਸੀਹ ਨੇ, ਕੋਈ ਵੱਖਰੀ ਗੱਲ ਨਹੀਂ। ਦਾਸ ਅੱਜ ਕੱਲ ਕੁਰਾਨ ਪੜ੍ਹ ਰਿਹਾ ਤੇ ਕੁਰਾਨ ਵਿੱਚ ਹੋਰ ਵੀ ਜ਼ਿਆਦਾ ਮਜ਼ਾ ਆ ਰਿਹਾ ਕਿ ਇਸ ਅੱਲਾਹ ਤਾਲਾ ਦੀ ਹੀ ਸਾਰੀ ਗੱਲ ਹੈ। ਇਸੇ ਓਮਕਾਰ ਅਸੀਂ ਸਿੱਖ ਬੀਇੰਗ ਸਿੱਖ, ਇਸੇ ਓਮਕਾਰ ਪ੍ਰਭੂ ਪਰਮੇਸ਼ਰ ਪਰਮਾਤਮਾ ਦੀ ਗੱਲ ਕਰਦੇ ਹਾਂ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਅਰਬੀ ਫਾਰਸੀ ਸਾਰੀਆਂ ਭਾਸ਼ਾਵਾਂ ਵਰਤੀਆਂ, ਉਹ ਸਮੁੱਚੀ ਮਾਨਵਤਾ ਲਈ ਇਹ ਸਭ ਕੁਝ ਕੰਮ ਕਰਕੇ ਗਏ ਸਨ। ਉਹ ਵੱਖਰੀ ਗੱਲ ਹੈ ਕਿ ਅੱਗੇ ਕੋਈ ਮਿਸ਼ਨਰੀ ਸਿੱਖ ਮਿਸ਼ਨਰੀ ਵਰਕ ਨਹੀਂ ਪ੍ਰਾਪਤ ਹੋਇਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਜਿਹੜੀ ਹੈ ਖੁੱਲ੍ਹ ਕੇ ਜੀਵਾਂ ਦੇ ਸਾਹਮਣੇ ਆ ਜਾਂਦੀ। ਅਗਰ ਜੀਵਾਂ ਦੇ ਸਾਹਮਣੇ ਆ ਜਾਂਦੀ ਤਾਂ ਹਰ ਜੀਵ ਨੂੰ ਇਸ ਤੋਂ ਪਹਿਲਾਂ ਹੀ ਪਤਾ ਹੁੰਦਾ ਇਸ ਰੱਬ ਦਾ ਕਿ ਰੱਬ ਇਹ ਹੈ। तो गुरु नानक साहब गुरु अर्जन देव जी महाराज कह रहे हैं कि हे नानक, जिस पे परमेश्वर ने कृपा की है वो ही तत्व का विचार करने वाला ज्ञानी है, वो ही गुरमुख है। तत्व का विचार करने वाला ज्ञानी है, वो ही गुरमुख है। तत्व की है, तत् सत ओंकार है। तो अगे श्लोक है, आवन आए सृष्ट में बिन बूझे पस डोर। आवन आए सृष्ट में बिन बूझे पस डोर, नानक गुरमुख सो बूझे जाको भाग मथौर। कोई बुझ सकता है। ढोर पशु, भार ढोने वाले पशु। ढोर क्या है? एक गुरबाणी दे विच देखो
कि आवन आए सृष्ट में बिन बूझे पस ढोर के पशुआं दे बराबर भार ढोण वाले पशु ਹਨ। ਇਹ ਆਪਣੀ ਜੀਵਨ ਦਾ ਨਿਰਵਾਹ ਕਰ ਰਹੇ ਨੇ, ਭਾਰ ਢੋ ਰਹੇ ਨੇ, ਆਪਣੇ ਜੀਵਨ ਨੂੰ ਚਲਾ ਰਹੇ ਨੇ। ਬਸ ਇਹ ਲੈਣੇ ਦੇਣੇ ਦੇ ਸੰਬੰਧ ਬਣੇ ਨੇ ਧੀਆਂ ਪੁੱਤਰਾਂ ਰਿਸ਼ਤੇਦਾਰਾਂ ਸਕੇ ਸੰਬੰਧੀਆਂ ਦੇ ਲਈ ਉਹ ਭਾਰ ਢੋ ਰਹੇ ਨੇ, ਪਸ਼ੂਆਂ ਬਰਾਬਰ ਭਾਰ ਢੋ ਰਹੇ ਨੇ। ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਢੋਰ ਨਾਨਕ ਗੁਰਮੁਖ ਸੋ ਬੂਝੇ ਜਾ ਕੇ ਭਾਗ ਮਥੌਰ। ਮਨੁੱਖ ਆਵਣ ਮਾਤਰ ਸਿਰਫ ਸੰਸਾਰ ਵਿੱਚ ਆਏ ਹਨ ਕਿਉਂਕਿ ਬਿਨਾਂ ਸਮਝਦੇ ਉਹ ਢੋਰ ਪਸ਼ੂ ਵਰਗੇ ਹਨ। ਇਹ ਨਾਨਕ ਉਹ ਗੁਰਮੁਖ ਇਸ ਸ੍ਰਿਸ਼ਟੀ ਵਿੱਚ ਆਉਣ ਦੇ ਮਨੋਰਥ ਨੂੰ ਬੁੱਝਦਾ ਹੈ ਜਿਸ ਦੇ ਮੱਥੇ ਮਥੌਰ, ਜਿਸ ਦੇ ਮੱਥੇ ਉੱਪਰ ਇਹ ਭਾਗ ਹਨ। ਮਥੌਰ ਮੱਥੇ ਦੇ ਭਾਗਾਂ ਨੂੰ ਕਿਹਾ ਗਿਆ, ਜਿਸ ਦੇ ਮੱਥੇ ਉੱਪਰਲੇ ਭਾਗ ਹਨ, ਭਾਗ ਜਾਗ ਉੱਠਦੇ ਹਨ, ਉਹ ਹੀ ਇਸ ਦੇ ਆਪਣੇ ਜੀਵਨ ਦੇ ਆਮ ਜਾਣ ਦੇ ਮਨੋਰਥ ਨੂੰ ਸਮਝਦਾ ਹੈ, ਬੁੱਝਦਾ ਹੈ। तो अगे पौड़ी में कह रहे हैं कि या युग में एक कहो आया, या युग में एक ही कहो आया, जन्मत मोयो मोनी माया, गर्भ कूट मोह उर्द तप करते, सास सास सिमरत प्रभ रहते, उर्ज परे जो सोड़ छड़ाना, देवन हार मने बिसराना, तारो कृपा जिसे गुसाई, इत उत नानक तिस बिसरो नाई, इत उत नानक तिस बिसरो नाई। तो जन्मत जन्म लैंदिया है जीव इस युग विच केवल एक नूं प्राप्त करन लई, इस प्रभु परमेश्वर नूं प्राप्त करन लई आया सी, इस प्रभु परमेश्वर नूं प्राप्त करन लई आया सी। पर जमदा ही मोह लैण वाली माया विच गलत गया है, वो माया विच गलत गया। जीव माता दे गर्भ विच पुट्ठा लड़किया होया सी और तप कर रहा सी, उत्थे श्वास श्वास प्रभु नूं सिमर रहा सी और बिनतियां कर रहा सी कि हे प्रभु मैनू इस नरक विचों बाहर कढ लै, मैनू इस नरक विचों बाहर कढ, मैं श्वास श्वास तेरा ही नाम जपांगा, एक केवल तेरा ही नाम जपांगा। पर जम के बाहर आया और उस मोह लैन वाली माया विच फस गया, वो माया विच फस गया और उसनू छड्डना छुड़ाना उस लिए मुश्किल हो गया, क्योंकि उसदे देवनहार नू उसने ये सब कुछ देवनहार नू मनु भुला दिता, इस प्रभु नालों विसर गया। तो गुरु अर्जन पातशाह फरमा रहे ने कि हे नानक जिस पर ये गुसाई अकाल पुरख वाहिगुरु कृपा बख्शिश करता है, लोक प्रलोक इत्थे उत्थे उसनू भुलदा नहीं है, जिहदे ते कृपा कर दिंदा है उहनू फिर अपने नाल ला लैंदा है, अपने चरणों में ला लैंदा है। तो अगे श्लोक है कि आवत हुक्म विनाश हुक्म ज्ञान भिन ना कोई, आवन जाना तय मिटे, नानक जय मन सोए। जीव आउंदे हन इस दे हुक्म अनुसार जांदे हन, भाव बिनसदे हन इस दे हुक्म अनुसार। देखो इस दे विच ही जीव आंदे ने, इस दे विच ही चले जांदे ने। जीव इन्नी अपनी इंटैलीजेंस जिहड़ी बुद्धि तो काम ही नहीं लेंदा कि मैं किहदे विच आया, किहदे हुक्म अनुसार आया, किहदे हुक्म अनुसार मैं चुप करके वापस चले जाना। इस प्रभु की आज्ञा तो बाहर कोई नहीं है पूरी सृष्टि विच, 83 लाख जूना या फिर स्थित जो कुछ भी है थे, सब कुछ इस प्रभु की आज्ञा के विच चल रहा है। दरिया इहदे आज्ञा विच बह रहे ने, बदल पानी इहदे आज्ञा विच चल रहे ने, जिथे हुक्म करदा है जिथों उन्होंने चुकदा है, जिथे मर्जी जाके जमा लैंदा है। सिख दी कुदरत देखो। दास इत्थे एक गल जरूर दसनी चाहेगा कि देखो ए जीव देखो कि कित्थों समुद्रां पानी वहंदे जांदे ने, समुद्रां विच जाके पै जांदे। तो फिर इस सिख दी कारागरी देखो इहदे विच की हो रहा है। इस सिख दी कारागरी देखो कि उत्थों समुद्रां तो पानी चुकदा है ते जाके पहाड़ां दे उत्ते खड़ा कर दिंदा है।